हाँ जी, सत श्री अकाल दोस्तों, ਤੁਹਾਡਾ ਸਵਾਗਤ है जी साडे YouTube चैनल हरीका जॉब अलर्ट ਤੇ। ਦੋਸਤੋ, ਜੇਕਰ ਤੁਸੀਂ ਚੈਨਲ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ। ਦੋਸਤੋ, PSSB ਵੱਲੋਂ ਨਵੀਆਂ ਅਪਡੇਟਸ ਕੁਝ ਸ਼ੇਅਰ ਕੀਤੀਆਂ ਗਈਆਂ, ਜਿਹਦੇ ਵਿੱਚ ਰਿਵਾਈਜ਼ਡ ਸਿਲੇਬਸ ਉਹਨਾਂ ਵੱਲੋਂ ਜਾਰੀ ਕੀਤਾ ਗਿਆ, ਜਿਹਦੇ ਵਿੱਚ ਕਲਰਕ ਜਿਹੜਾ ਇਸ਼ਤਿਹਾਰ ਨੰਬਰ 15/2022 ਆ। ਉਸ ਤੋਂ ਬਾਅਦ ਲੀਗਲ ਕਲਰਕ ਇਸ਼ਤਿਹਾਰ ਨੰਬਰ 2/2022। ਇਸ ਤੋਂ ਇਲਾਵਾ ਇੱਕ ਹੋਰ ਇਸ਼ਤਿਹਾਰ ਆਇਆ ਸੀ, ਇਸ਼ਤਿਹਾਰ ਨੰਬਰ 16/2022, ਜਿਹਦੇ ਵਿੱਚ ਕਾਫੀ ਤਰ੍ਹਾਂ ਦੀਆਂ ਵੱਖਰੀਆਂ ਪੋਸਟਾਂ ਸੀਗੀਆਂ। ਤੇ ਇਹਨਾਂ ਸਭ ਦੇ ਜਿਹੜੇ ਸਿਲੇਬਸ ਰਿਵਾਈਜ਼ਡ ਸਿਲੇਬਸ ਜਾਰੀ ਕੀਤਾ ਗਿਆ। ਹਾਲਾਂਕਿ ਇਹਦਾ ਪਹਿਲਾਂ ਵੀ ਸਿਲੇਬਸ ਜਾਰੀ ਕੀਤਾ ਹੋਇਆ ਸੀ, ਬਟ ਪੰਜਾਬੀ ਵਾਲਾ ਸਿਲੇਬਸ ਕਰਕੇ ਇਹਦਾ ਰਿਵਾਈਜ਼ਡ ਸਿਲੇਬਸ ਜਾਰੀ ਕੀਤਾ ਗਿਆ। ਪਹਿਲਾਂ ਇੱਕ ਵਾਰ ਆਪਾਂ ਸਿਲੇਬਸ ਦੇਖ ਲੈਂਦੇ ਹਾਂ, ਫਿਰ ਆਪਾਂ ਇਹਦੀ ਦੂਜੀ ਗੱਲਬਾਤ ਵੀ ਕਰਾਂਗੇ ਵੀ ਇਹਦਾ ਹੱਲ ਕੀ ਹੋਣਾ ਚਾਹੀਦਾ, ਕੀ ਗੱਲਬਾਤ ਹੈ। ਸਭ ਤੋਂ ਪਹਿਲਾਂ ਰਿਵਾਈਜ਼ਡ ਸਿਲੇਬਸ ਦੀ ਗੱਲ ਕਰੀਏ ਤਾਂ ਲੀਗਲ ਕਲਰਕ ਦਾ ਜਿਹੜਾ ਸਿਲੇਬਸ ਹੈ, ਇਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਜਿਹੜਾ ਪੇਪਰ ਹੋਏਗਾ ਉਹ 2.5 ਘੰਟੇ ਦਾ ਪੇਪਰ ਹੋਏਗਾ, ਯਾਨੀ ਕਿ 150 ਮਿੰਟ ਦਾ ਪੇਪਰ ਹੋਏਗਾ। ਤੇ ਪੇਪਰ ਦੇ ਵਿੱਚ ਦੋ ਪਾਰਟਸ ਹੋਣਗੇ, ਪਾਰਟ ਏ ਤੇ ਪਾਰਟ ਬੀ। ਠੀਕ ਹੈ ਜੀ। ਤੇ ਪਾਰਟ ਏ ਆ ਜਿਹੜਾ, ਉਹਦੇ ਪਾਰਟ ਏ ਦੇ ਵਿੱਚ ਜਿਹੜੀ ਨੋਟੀਫਿਕੇਸ਼ਨ ਆ 28/10/2022 ਵਾਲੀ ਨੋਟੀਫਿਕੇਸ਼ਨ ਆ, ਉਹਦੇ ਅਕੋਰਡਿੰਗ ਇੱਕ ਪੰਜਾਬੀ ਦਾ ਕੁਆਲੀਫਾਈਂਗ ਨੇਚਰ ਦਾ ਕੁਆਲੀਫਾਈਂਗ ਐਗਜ਼ਾਮ ਹੋਏਗਾ, ਜਿਹਦੇ ਵਿੱਚ 50 ਕੁਐਸਚਨ ਆਣੇ ਆ, 50 ਮਾਰਕਸ ਦੇ MCQ ਬੇਸਡ ਪੇਪਰ ਹੋਏਗਾ ਤੇ ਕੁਆਲੀਫਾਈਂਗ ਨੇਚਰ ਦਾ ਪੇਪਰ ਹੋਏਗਾ। ਠੀਕ ਹੈ। ਕੁਆਲੀਫਾਈਂਗ ਨੇਚਰ ਤੋਂ ਭਾਵ ਹੈ ਇਹਦੇ ਫਾਈਨਲ ਮੈਰਿਟ ਦੇ ਵਿੱਚ ਨੰਬਰ ਨਹੀਂ ਜੁੜਨਗੇ। ਤੇ ਅਨੈਕਸਚਰ 1 ਦੇ ਵਿੱਚ ਇਹਦਾ ਸਿਲੇਬਸ ਦਿੱਤਾ ਗਿਆ, ਡਿਟੇਲ ਸਿਲੇਬਸ ਪੰਜਾਬੀ ਵਾਲੇ ਪਾਰਟ ਦਾ। ਉਸ ਤੋਂ ਬਾਅਦ ਇਹਨੇ ਦੱਸਿਆ ਕਿ देयर विल बी नो ਨੈਗੇਟਿਵ ਮਾਰਕਿੰਗ ਇਨ ਪਾਰਟ ਏ। ਪਾਰਟ ਏ ਦੇ ਵਿੱਚ ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੋਵੇਗੀ। ਤੇ ਪਾਰਟ ਬੀ ਆ ਜਿਹੜਾ, ਉਹ ਇਵੈਲੂਏਟ ਕੀਤਾ ਜਾਏਗਾ। ਉਹ ਸਿਰਫ ਤਾਂ ਹੀ ਇਵੈਲੂਏਟ ਕੀਤਾ ਜਾਏਗਾ ਜੇਕਰ ਕੈਂਡੀਡੇਟ ਨੇ ਮਿਨੀਮਮ 50% ਸਕੋਰ ਕੀਤਾ ਹੋਏਗਾ ਪਾਰਟ ਏ ਦੇ ਵਿੱਚ, ਭਾਵ ਕਿ 50 ਦੇ ਵਿੱਚੋਂ ਜੇਕਰ ਉਹਨੇ 25 ਨੰਬਰ ਲਏ ਹੋਣਗੇ ਤਾਂ ਹੀ ਉਹਦੇ ਪਾਰਟ ਬੀ ਕੰਸੀਡਰ ਹੋਏਗਾ। ਅਦਰਵਾਈਜ਼ ਜੇ ਉਹਦੇ 24 ਰਹਿ ਗਏ, 23 ਰਹਿ ਗਏ, ਤਾਂ ਪਾਰਟ ਬੀ ਉਹਦਾ ਖਤਮ ਹੋ ਜਾਏਗਾ ਤੇ ਉਹ ਜਿਹੜਾ ਦੌੜ ਦੇ ਵਿੱਚੋਂ ਬਾਹਰ ਹੋ ਜਾਣਾ। ਠੀਕ ਹੈ ਜੀ। ਦੌੜ ਤੋਂ ਭਾਵ ਹੈ ਕਿ ਕੰਪੀਟੀਟਿਵ ਐਗਜ਼ਾਮ ਦੀ ਜਿਹੜੀ ਦੌੜ ਆ। ਉਸ ਤੋਂ ਬਾਅਦ ਜੀ ਪਾਰਟ ਬੀ ਦਾ ਨੇ ਦੱਸਿਆ ਕਿ ਪਾਰਟ ਬੀ ਦੇ 2 ਸੈਕਸ਼ਨ ਬਣਾਏ ਆ ਜੀ, ਸੈਕਸ਼ਨ 1 ਤੇ ਸੈਕਸ਼ਨ 2। ਠੀਕ ਹੈ। ਤਾਂ ਸੈਕਸ਼ਨ 1 ਦੇ ਵਿੱਚ ਇਹਨਾਂ ਨੇ ਦੱਸਿਆ ਕਿ ਕੁਐਸਚਨਸ ਫਰੋਮ ਸਬਜੈਕਟ, ਜਿਹੜਾ ਲੀਗਲ ਵਾਲਿਆਂ ਦਾ ਸਬਜੈਕਟ ਹੈ, ਠੀਕ ਹੈ, ਜੋ ਵੀ ਲੀਗਲ ਦੇ ਨਾਲ ਸੰਬੰਧਿਤ ਨੇ, ਉਹਦਾ ਮੈਂ ਡਿਟੇਲ ਸਿਲੇਬਸ ਵੀ ਦਿਖਾ ਦੇਣਾ ਅੱਗੇ। ਤੇ ਉਹਦੇ ਸੰਬੰਧੀ ਹੈ ਜੀ ਕਿ 75 ਕੁਐਸਚਨ ਉਹਦੇ ਚੋਂ ਆਣੇ ਆ ਇਹਨਾਂ ਦੇ ਸਬਜੈਕਟ ਦੇ ਵਿੱਚੋਂ, ਤੇ 25 ਕੁਐਸਚਨ ਆਣੇ ਆ ਜਿਹੜਾ ਬਾਕੀ ਪਾਰਟ ਰਹਿ ਗਿਆ, ਜਿਹਦੇ ਵਿੱਚ ਜਨਰਲ ਨੌਲੇਜ ਹੋ ਗਈ, ਰੀਜ਼ਨਿੰਗ ਹੋ ਗਈ, ਐਪਟੀਟਿਊਡ ਵਗੈਰਾ ਹੋ ਗਿਆ। ਠੀਕ ਹੈ। ਇੰਗਲਿਸ਼ ਹੋ ਗਈ। ਤਾਂ ਉਹਦੇ ਚੋਂ 25 ਆਣ ਦਾ ਟੋਟਲ 100 ਕੁਐਸਚਨ ਹੈ ਜੀ। ਤੇ ਉਸ ਤੋਂ ਬਾਅਦ ਜੀ ਪਾਰਟ ਬੀ ਦੇ ਵਿੱਚ ਨੈਗੇਟਿਵ ਮਾਰਕਿੰਗ ਹੈਗੀ ਆ, ਓਬਵੀਅਸ ਆ, ਤੇ 0.25 ਦੀ ਨੈਗੇਟਿਵ ਮਾਰਕਿੰਗ ਆ। ਤੇ ਮੈਰਿਟ ਲਿਸਟ ਆ ਜਿਹੜੀ ਕੈਂਡੀਡੇਟਸ ਦੀ, ਦਾ ਮੈਰਿਟ ਲਿਸਟ ਆਫ ਕੈਂਡੀਡੇਟਸ ਹੂ ਵਿਲ ਕੁਆਲੀਫਾਈ ਪਾਰਟ ਏ ਵਿਲ ਬੀ ਪ੍ਰੀਪੇਅਰਡ ਔਨ ਦਾ ਬੇਸਿਸ ਆਫ ਮਾਰਕਸ ਸਿਕਿਉਰਡ ਬਾਈ ਕੈਂਡੀਡੇਟ ਇਨ ਪਾਰਟ ਬੀ। ਠੀਕ ਹੈ ਜੀ। ਪਾਰਟ ਜਿਹੜੀ ਤੁਹਾਡੀ ਮੈਰਿਟ ਹੈ ਉਹ ਪਾਰਟ ਬੀ ਦੇ ਆਧਾਰ ਤੇ ਹੀ ਬਣਨੀ ਹੈ। ਠੀਕ ਹੈ। ਬਟ ਉਹਦੇ ਲਈ ਪਾਰਟ ਏ ਕੁਆਲੀਫਾਈ ਕਰਨਾ ਜ਼ਰੂਰੀ ਹੈ। ਤੇ ਉਸ ਤੋਂ ਬਾਅਦ ਜੀ ਟੈਂਟੇਟਿਵ ਸਿਲੇਬਸ ਦਿੱਤਾ ਗਿਆ। ਇਹ ਜਿਹੜਾ ਪੇਪਰ ਏ ਦਾ ਸਿਲੇਬਸ ਹੈ, ਠੀਕ ਹੈ, ਜਿਹੜਾ ਪੰਜਾਬੀ ਵਾਲਾ, ਜਿਹਦੇ ਵਿੱਚ ਜੀਵਨੀ ਅਤੇ ਰਚਨਾਵਾਂ, ਇਹ ਆਪਾਂ ਸਟੈਨੋ ਦਾ ਜਿਹੜਾ ਸਿਲੇਬਸ ਸੀਗਾ ਉਹਦੇ ਨਾਲ ਹੀ ਮੇਲ ਖਾਂਦਾ ਸਿਲੇਬਸ ਹੈ। ਇਹ ਆਪਾਂ ਪਹਿਲਾਂ ਦੇਖ ਵੀ ਚੁੱਕੇ ਹਾਂ। ਉਸ ਤੋਂ ਬਾਅਦ ਜੀ ਲੀਗਲ ਵਾਲਿਆਂ ਦਾ ਆਪਣਾ ਜਿਹੜਾ ਸਬਜੈਕਟ ਰਿਲੇਟਡ ਸਿਲੇਬਸ ਹੈ, ਜਿਹਦੇ ਵਿੱਚੋਂ 75 ਕੁਐਸਚਨ ਆਣੇ ਆ, ਇਹ ਉਹਨਾਂ ਦਾ। ਤੇ 25 ਕੁਐਸਚਨ ਜਿਹੜੇ ਲੀਗਲ ਵਾਲਿਆਂ ਨੂੰ ਆਣੇ ਆ, ਜਿਹਦੇ ਵਿੱਚ 10 ਦੀ ਜਨਰਲ ਨੌਲੇਜ ਹੈ ਜੀ, 10 ਦੀ ਰੀਜ਼ਨਿੰਗ ਤੇ ਮੈਂਟਲ ਐਬਿਲਿਟੀ ਹੈ ਜੀ, 5 ਦੀ ਇੰਗਲਿਸ਼ ਹੈ, ਤੇ 25 ਕੁਐਸਚਨ ਇਹਦੇ ਹੋ ਗਿਆ। ਠੀਕ ਹੈ ਜੀ। ਤਾਂ ਲੀਗਲ ਦਾ ਸਿਲੇਬਸ ਤਾਂ ਇਹ ਹੋ ਗਿਆ। ਠੀਕ ਹੈ। ਲੀਗਲ ਦਾ ਆਪਾਂ ਕੁਝ ਕਹਿ ਵੀ ਨਹੀਂ ਸਕਦੇ। ਅੱਛਾ, ਮੈਂ ਇੱਕ ਪੋਲ ਕਰਵਾਇਆ ਸੀ ਚੈਨਲ ਦੇ ਉੱਪਰ, ਉਹ ਮੈਂ ਤੁਹਾਨੂੰ ਦੱਸ ਦੇਵਾਂ ਕਿ 697 ਜਾਣੇ ਕਹਿ ਰਹੇ ਆ ਕਿ ਸਿਲੇਬਸ ਬਿਲਕੁਲ ਸਹੀ ਹੈ ਜੀ PSSB ਦਾ, ਤੇ 2649 ਕੈਂਡੀਡੇਟ ਕਹਿ ਰਹੇ ਆ ਕਿ ਸਿਲੇਬਸ ਸਹੀ ਨਹੀਂ ਹੈਗਾ। ਠੀਕ ਹੈ। 2 ਆਪਸ਼ਨਸ ਮੈਂ ਦਿੱਤੀਆਂ ਸੀ ਉਹਦੇ 'ਚ। ਉੱਪਰ ਵਾਲੀ ਆਪਸ਼ਨ ਸੀ ਕਿ ਸਿਲੇਬਸ ਸਹੀ ਹੈ, ਨੀਚੇ ਵਾਲੀ ਆਪਸ਼ਨ ਸੀ ਕਿ ਸਿਲੇਬਸ ਸਹੀ ਨਹੀਂ ਹੈ। ਠੀਕ ਹੈ ਜੀ। ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਇੱਕ ਕੈਂਡੀਡੇਟ ਨੇ ਹਾਂ ਕੀਤੀ ਹੈ, ਕਿੰਨਿਆਂ ਨੇ ਨਾ ਕੀਤੀ ਹੈ। ਤੇ ਉਸ ਤੋਂ ਬਾਅਦ ਜੀ ਜਿਹੜਾ ਮੇਨ ਹੈਗਾ ਜੀ ਕਲਰਕ ਦਾ ਮਸਲਾ, ਤੇ ਬਾਕੀ ਲੀਗਲ ਕਲਰਕ ਦਾ ਚੱਲ ਵੀ ਜਾਣਾ, ਕਿਉਂਕਿ ਇਹਨਾਂ ਦਾ ਜਿਹੜੀ ਜ਼ਿਆਦਾ ਵੇਟੇਜ ਹੈ ਉਹ 75 ਵਾਲੀ ਵੇਟੇਜ ਇਹਨਾਂ ਦੇ ਸਬਜੈਕਟ ਦੇ ਰਿਲੇਟਡ ਹੀ ਆ। ਠੀਕ ਹੈ। ਇਹਨਾਂ ਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਣਾ। ਤੇ ਬਾਕੀ ਜਿਹੜਾ ਕਲਰਕ ਦਾ ਮਸਲਾ, ਉਹ ਥੋੜਾ ਮਸਲਾ ਹੈਗਾ, ਕਿਉਂਕਿ 2.5 ਘੰਟੇ ਦੀ ਇਹਦੀ ਵੀ ਟਾਈਮਿੰਗ ਹੈ, 2 ਪਾਰਟਸ ਇਹਦੇ ਆ, ਸਾਰਾ ਕੁਝ ਇਹਦਾ ਲੀਗਲ ਕਲਰਕ ਵਾਂਗੂ ਆ। ਬਸ ਇਹਦਾ ਜਿਹੜਾ ਇਹਨਾਂ ਦਾ ਪਾਰਟ ਬੀ ਦਾ ਪੇਪਰ ਹੈ ਉਹਦੇ ਵਿੱਚ ਚੇਂਜਸ ਨੇ। ਪਾਰਟ ਬੀ ਦੇ ਵਿੱਚ ਕੀ ਚੇਂਜਸ ਨੇ ਦੋਸਤੋ, ਇਹਦੇ ਵਿੱਚ ਇਹਨਾਂ ਨੇ 100 ਕੁਐਸਚਨ ਦਿੱਤੇ ਆ ਜੀ ਪਾਰਟ ਬੀ ਦੇ ਵਿੱਚ, ਭਾਵ ਕਿ ਹੁਣ ਟੋਟਲ ਤੁਹਾਡੇ 150 ਕੁਐਸਚਨ ਹੋ ਗਏ। ਠੀਕ ਹੈ। ਇਹ ਮੈਂ ਨਾਰਮਲ ਸਿੰਪਲ ਕਲਰਕ ਦੀ ਗੱਲ ਕਰ ਰਿਹਾ। ਤੇ
150 ਕੁਐਸਚਨ ਹੋ ਗਏ ਤੇ 150 ਹੀ ਮਿੰਟਸ ਹੋ ਗਏ ਤੁਹਾਡੇ। ਤਾਂ 1 ਮਿੰਟ ਦੇ ਵਿੱਚ ਇੱਕ ਕੁਐਸਚਨ ਹੋ ਗਿਆ, ਠੀਕ ਹੈ। ਉਸ ਹਿਸਾਬ ਨਾਲ ਤੁਹਾਡਾ ਇਹ ਪੇਪਰ ਹੋਣਾ। ਤੇ ਇਹਦੇ ਵਿੱਚ ਹੁਣ ਕੀ ਹੈ ਜੀ, ਇਹ ਵੀ ਆਪਾਂ ਦੇਖ ਲੈਂਦੇ ਆ। ਤੇ ਜਿਹੜਾ ਪਾਰਟ ਬੀ ਦਾ ਸਿਲੇਬਸ ਆ, ਇਹਦੇ ਵਿੱਚ ਦੋਸਤੋ 35 ਦੀ ਇਹਨਾਂ ਨੇ ਜੀਕੇ ਦਿੱਤੀ ਹੈ ਜੀ, ਜਿਹਦੇ ਵਿੱਚ ਹਿਸਟਰੀ ਆਫ ਪੰਜਾਬ ਦਾ ਇੱਕ ਅਲੱਗ ਤੋਂ ਟੌਪਿਕ ਹੈਗਾ, ਜਿਹੜਾ ਆਪਾਂ ਪਿਛਲੇ ਸਿਲੇਬਸਾਂ ਦੇ ਵਿੱਚ ਵੀ ਦੇਖਿਆ। ਤੇ ਉਹ ਆਪਾਂ ਇੱਕ ਵਾਰ ਚੈੱਕ ਕਰ ਲੈਂਦੇ ਹਾਂ। ਪਿਛਲਾ ਸਿਲੇਬਸ ਆ, ਜਿਵੇਂ ਐਕਸਾਈਜ਼ ਦਾ ਸਿਲੇਬਸ ਆ ਇਹ ਪਹਿਲਾਂ ਵਾਲਾ, ਠੀਕ ਆ, 120 ਕੁਐਸਚਨਾਂ ਵਾਲਾ, 120 ਦਾ ਜਿਹੜਾ ਪੈਟਰਨ ਆ। ਤਾਂ ਉਹਦੇ ਵਿੱਚ ਵੀ ਹਿਸਟਰੀ ਆਫ ਪੰਜਾਬ ਇਹਨਾਂ ਨੇ ਦਿੱਤਾ ਹੋਇਆ ਸੀਗਾ, ਠੀਕ ਆ। ਤਾਂ ਉਹਦੇ ਵਿੱਚ ਇਹਨਾਂ ਨੇ 30 ਕੁਐਸਚਨ ਪਾਉਣੇ ਸੀ ਜੀਕੇ ਦੇ ਐਕਸਾਈਜ਼ ਵਾਲੇ ਸਿਲੇਬਸ 'ਚ। ਤੇ ਹੁਣ ਵਾਲੇ 'ਚ ਇਹਨਾਂ ਨੇ ਕਿੰਨੇ ਕਿਹਾ, 35 ਕਿਹਾ ਜੀ, ਠੀਕ ਹੈ। ਤੇ ਉਸ ਤੋਂ ਬਾਅਦ ਜੀ ਇਹਨਾਂ ਨੇ ਲੌਜੀਕਲ ਰੀਜ਼ਨਿੰਗ ਮੈਂਟਲ ਐਬਿਲਿਟੀ 35 ਕਿਹਾ ਜੀ। ਐਕਸਾਈਜ਼ ਦੇ ਵਿੱਚ ਆਣੇ ਸੀਗੇ ਇਹ ਦੋਸਤੋ 30 ਕੁਐਸਚਨ ਆਣੇ ਸੀਗੇ, ਠੀਕ ਹੈ। ਤੇ ਇਹ 120 ਵਾਲਾ ਇੱਥੇ ਤਾਂ ਥੋੜੇ ਤੁਹਾਨੂੰ ਜ਼ਿਆਦਾ ਲੱਗ ਰਹੇ ਹੁਣ ਐਕਸਾਈਜ਼ ਦੇ ਵਿੱਚ, ਕਿਉਂਕਿ 120 ਵਾਲਾ। ਉਸ ਤੋਂ ਬਾਅਦ ਜੀ ਇੰਗਲਿਸ਼ ਗ੍ਰਾਮਰ 20 ਦੀ ਪਾਈ ਆ। ਤੇ ਐਕਸਾਈਜ਼ ਦੇ ਵਿੱਚ ਇਹਨਾਂ ਨੇ 15 ਦੀ ਰੱਖੀ ਸੀਗੀ ਇੰਗਲਿਸ਼, ਬਟ ਉਹਦੇ ਨਾਲ ਹੀ 15 ਦੀ ਪੰਜਾਬੀ ਵੀ ਸੀ, ਠੀਕ ਹੈ। ਤਾਂ ਇਹ ਵੀ ਸੀਗਾ। ਤੇ ਹੁਣ ਬੋਰਡ ਦਾ ਕੀ ਕਹਿਣਾ, ਬੋਰਡ ਦਾ ਕਹਿਣਾ ਇਹ ਹੈ ਕਿ ਪੰਜਾਬੀ ਆ ਜਿਹੜਾ ਅਸੀਂ ਪਾਰਟ ਏ ਦੇ ਵਿੱਚ ਦੇ ਚੁੱਕੇ ਆ, ਇਸ ਕਰਕੇ ਅਸੀਂ ਪਾਰਟ ਬੀ ਦੇ ਵਿੱਚ ਉਹਨੂੰ ਦੁਹਰਾਉਣਾ ਨਹੀਂ ਚਾਹੁੰਦੇ ਦੁਬਾਰਾ, ਠੀਕ ਆ। ਜਿਹੜੀ ਉਹਨਾਂ ਦੀ ਦਲੀਲ ਆ, ਜਿਸ ਆਧਾਰ ਤੇ ਉਹਨਾਂ ਨੇ ਸਿਲੇਬਸ ਬਣਾਇਆ। ਤੇ ਉਸ ਤੋਂ ਬਾਅਦ ਜੀ ਕੰਪਿਊਟਰ ਉਹਦੇ 'ਚ ਵੀ ਹੈਗਾ ਸੀ, ਇੱਧਰ ਵੀ ਹੈਗਾ। ਤੇ ਪੰਜਾਬ ਹਿਸਟਰੀ ਐਂਡ ਕਲਚਰ ਜਿਹੜਾ 20 ਦਾ ਪਾਰਟ ਸੀਗਾ, ਇਹ ਬਿਲਕੁਲ ਹੀ ਰਿਮੂਵ ਹੋ ਗਿਆ ਜੀ ਪਾਰਟ ਬੀ ਦੇ ਵਿੱਚੋਂ। ਤੇ ਐਕਸਾਈਜ਼ ਦੇ ਵਿੱਚ 20 ਨੰਬਰ ਦਾ ਸੀਗਾ ਪੰਜਾਬ ਹਿਸਟਰੀ ਐਂਡ ਕਲਚਰ, ਠੀਕ ਹੈ। ਇਹ ਮੈਂ ਪੁਰਾਣੇ ਸਿਲੇਬਸ ਦੀ ਗੱਲ ਕਰ ਰਿਹਾ, ਐਕਸਾਈਜ਼ ਦਾ ਕਨਫਿਊਜ਼ ਨਾ ਹੋਇਓ। ਤੇ ਹੁਣ ਜੇ ਗੱਲ ਕਰੀ ਤਾਂ ਹੁਣ ਇੱਥੇ ਪੰਜਾਬ ਜੀਕੇ ਹੈ ਨਹੀਂ, ਨਾਮੋ ਨਿਸ਼ਾਨ ਮਿਟ ਗਿਆ ਪੰਜਾਬ ਜੀਕੇ ਦਾ। ਇੱਥੇ ਹਿਸਟਰੀ ਆਫ ਪੰਜਾਬ ਦੇ ਹੈਗੇ ਆ, ਬਟ ਇੱਥੋਂ 4-5 ਕੁਐਸਚਨ ਹੀ ਮੇਰਾ ਖਿਆਲ ਪਾਉਣਗੇ, ਜ਼ਿਆਦਾ ਨਹੀਂ ਪਾ ਸਕਦੇ, ਠੀਕ ਹੈ। ਤਾਂ ਹੁਣ ਜਿਹੜਾ ਮੇਨ ਮਸਲਾ ਉਹ ਇਹੀ ਆ ਕਿ ਇੱਕ ਤਾਂ ਪੰਜਾਬ ਜੀਕੇ ਨਹੀਂ ਹੈਗੀ, ਕਿਉਂਕਿ ਪੰਜਾਬ ਦੇ ਕੈਂਡੀਡੇਟ ਹੁੰਦੇ ਆ, ਤਾਂ ਪੰਜਾਬ ਦੇ ਕੈਂਡੀਡੇਟ ਨੂੰ ਜ਼ਿਆਦਾਤਰ ਹੁੰਦਾ ਹੀ ਆ ਕਿ ਕਿਸੇ ਵੀ ਐਸਪੀਰੈਂਟ ਨੂੰ ਹੋਊਗਾ ਕਿਸੇ ਵੀ ਸਟੇਟ ਦਾ ਕਿ ਉਹਨੂੰ ਆਪਣੀ ਸਟੇਟ ਦੇ ਰਿਲੇਟਡ ਕੁਐਸਚਨਸ ਪੁੱਛੇ ਜਾਣ, ਤਾਂ ਕਿ ਕਿਉਂਕਿ ਉਹਦੇ ਵਿੱਚ ਉਹਦੀ ਪਕੜ ਵਧੀਆ ਬਣੀ ਹੁੰਦੀ ਹੈ ਉਹਨਾਂ ਕੁਐਸਚਨਸ ਦੇ ਵਿੱਚ। ਤੇ ਇਸ ਕਰਕੇ ਉਹਦੇ ਪਰਸਪੈਕਟਿਵ ਤੋਂ ਉਹ ਚੀਜ਼ ਵਧੀਆ ਰਹਿੰਦੀ ਹੈ ਕੈਂਡੀਡੇਟ ਲਈ। ਦੇਖੋ ਹੁਣ ਇਹਦਾ ਹੋਣਾ ਕੀ ਚਾਹੀਦਾ, ਹੱਲ ਕੀ ਹੋਣਾ ਚਾਹੀਦਾ। ਇਹਦਾ ਹੱਲ ਮੇਰੇ ਹਿਸਾਬ ਨਾਲ ਇਹ ਹੋਣਾ ਚਾਹੀਦਾ, ਜਿਹੜਾ ਮੈਨੂੰ ਲੱਗ ਰਿਹਾ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਠੀਕ ਹੈ। ਬਟ ਇੱਕ ਮੈਂ ਹੋਰ ਚੀਜ਼ ਜਿਹੜੀ ਦੇਖ ਰਿਹਾ, ਟੈਲੀਗ੍ਰਾਮ ਵਗੈਰਾ ਦੇਖ ਰਿਹਾ ਜਾਂ ਸੋਸ਼ਲ ਮੀਡੀਆ ਤੇ ਚੱਲ ਰਹੀ ਰਿਹਾ, ਵਟਸਐਪ ਗਰੁੱਪਾਂ 'ਚ ਘੁੰਮ ਰਿਹਾ, ਤੇ ਉਹ ਇਹ ਚੀਜ਼ ਆ ਕਿ ਕਾਫੀ ਕੈਂਡੀਡੇਟ ਕਹਿ ਰਹੇ ਆ ਕਿ ਜਿਹੜਾ ਪੇਪਰ ਏ ਆ, ਭਾਵ ਕਿ ਪਾਰਟ ਏ ਆ, ਪਾਰਟ ਏ ਮੈਂ ਤੁਹਾਨੂੰ ਇੱਕ ਵਾਰ ਦੁਬਾਰਾ ਲੈ ਚੱਲਦਾ, ਪਾਰਟ ਏ ਆ ਜਿਹੜਾ ਇਹ ਵਾਲਾ, ਠੀਕ ਹੈ। ਕਾਫੀ ਕੈਂਡੀਡੇਟ ਕਹਿ ਰਹੇ ਆ ਕਿ ਇਸ ਪਾਰਟ ਦਾ ਇਹ ਪੇਪਰ ਆ ਜਿਹੜਾ ਉਹਦੇ ਵਿੱਚ ਨੈਗੇਟਿਵ ਮਾਰਕਿੰਗ ਹੋਣੀ ਚਾਹੀਦੀ ਆ, ਠੀਕ ਹੈ ਜੀ। ਕਾਫੀ ਕੈਂਡੀਡੇਟ ਡਿਮਾਂਡ ਕਰ ਰਹੇ ਆ ਨੈਗੇਟਿਵ ਮਾਰਕਿੰਗ ਹੋਣੀ ਚਾਹੀਦੀ ਆ, ਪਲੱਸ ਕਹਿੰਦੇ ਵੀ ਇਹਦੇ ਨੰਬਰ ਜਿਹੜੇ ਐਡ ਹੋਣੇ ਚਾਹੀਦੇ ਆ ਪੇਪਰ ਬੀ ਦੇ ਵਿੱਚ, ਠੀਕ ਹੈ। ਜਿਹੜੀ ਡਿਮਾਂਡ ਕਰ ਰਹੇ ਆ ਉਹ ਕਿ ਏ ਤੇ ਬੀ ਦੇ ਨੰਬਰ ਜਿਹੜੇ ਵਿੱਚ ਐਡ ਹੋਣੇ ਚਾਹੀਦੇ ਆ। ਪਹਿਲੀ ਗੱਲ ਦੇਖੋ, ਇਹ ਜਿਹੜਾ ਨੋਟੀਫਿਕੇਸ਼ਨ ਆ ਇਹ ਸਰਕਾਰ ਵੱਲੋਂ ਨੋਟੀਫਿਕੇਸ਼ਨ ਆ, ਠੀਕ ਹੈ। ਤੁਸੀਂ ਦੇਖੋਗੇ ਨਾ, ਮੈਂ ਤੁਹਾਨੂੰ ਦਿਖਾ ਦੇਣਾ ਦੁਬਾਰਾ, ਇਹ ਚੀਜ਼ ਜਿਹੜੀ ਤੁਸੀਂ ਦੇਖੋਗੇ ਨੋਟੀਫਿਕੇਸ਼ਨ ਨੰਬਰ GSR 72, ਠੀਕ ਹੈ ਜੀ। ਤਾਂ ਇਹ ਜੋ ਵੀ ਹੈ 28/10/2022 ਦਾ, ਤਾਂ ਇਹ ਪ੍ਰੋਸੀਜਰ ਲੰਬਾ ਹੋ ਜਾਣਾ ਜੇ ਤੁਸੀਂ ਇਸ ਵੱਲ ਜਾਓਗੇ ਨਾ। ਤੁਹਾਡੀ ਡਿਮਾਂਡ ਇਹ ਹੋਊਗੀ ਕਿ ਇਹਦੇ 'ਚ ਨੈਗੇਟਿਵ ਮਾਰਕਿੰਗ ਰੱਖੋ ਪਾਰਟ ਏ ਦੇ ਵਿੱਚ। ਤਾਂ ਇਹਦੇ ਵਿੱਚ ਕੀ ਆ ਦੋਸਤੋ, ਕਿਉਂਕਿ ਇਹ ਸਰਕਾਰ ਨੇ ਬਣਾਇਆ ਹੋਇਆ, ਇਹਨਾਂ ਨੇ ਪਹਿਲਾਂ ਉਹਦੇ ਵਿੱਚ ਲਿਖਿਆ ਵੀ ਹੋਇਆ ਨੋਟੀਫਿਕੇਸ਼ਨ 'ਚ ਕਿ ਕੁਆਲੀਫਾਈਂਗ ਨੇਚਰ ਦਾ ਇੱਕ ਪੇਪਰ ਲਿਆ ਜਾਵੇਗਾ, ਠੀਕ ਹੈ। ਨੋਟੀਫਿਕੇਸ਼ਨ ਤੁਸੀਂ ਪੜ੍ਹਿਓ, ਮੈਂ ਧਿਆਨ ਨਾਲ, ਮੈਂ ਟੈਲੀਗ੍ਰਾਮ ਤੇ ਵੀ ਪਾਇਆ ਹੋਇਆ, ਕਿਉਂਕਿ ਲੰਬਾ ਪ੍ਰੋਸੀਜਰ ਹੋ ਜਾਣਾ। ਕਿਉਂਕਿ ਨੋਟੀਫਿਕੇਸ਼ਨ ਨੂੰ ਚੇਂਜ ਕਰਨ ਦੇ ਲਈ ਕੈਬਨਿਟ ਮੀਟਿੰਗ ਸੱਦਣੀ ਪੈਣੀ ਹੈ, ਠੀਕ ਹੈ। ਉਹ ਲੰਬਾ ਪ੍ਰੋਸੀਜਰ ਆ। ਤੁਹਾਡੇ ਪੇਪਰ ਆਲਰੇਡੀ ਲੇਟ ਆ, ਤੁਸੀਂ ਆਲਰੇਡੀ ਲੇਟ ਹੋ, 2-3 ਮਹੀਨੇ ਲੇਟ ਹੋ ਚੁੱਕੇ ਆ, ਠੀਕ ਹੈ। ਜਿਨ੍ਹਾਂ ਦੀ ਪਹਿਲਾਂ ਪ੍ਰੈਪਰੇਸ਼ਨ ਸੀਗੀ, ਜਿਨ੍ਹਾਂ ਨੂੰ ਇਹ ਸੀ ਕਿ ਜਨਵਰੀ ਦੇ ਵਿੱਚ ਪੇਪਰ ਹੋ ਜਾਣਗੇ, ਉਹਨਾਂ ਦੇ ਪੇਪਰ ਆਲਰੇਡੀ ਮਾਰਚ-ਅਪ੍ਰੈਲ ਜਾ ਚੁੱਕੇ ਆ, ਠੀਕ ਹੈ। ਜੋ ਆਪਾਂ ਨੂੰ ਮੋਟਾ ਜਿਹਾ ਆਈਡੀਆ ਹੈਗਾ ਇੱਕ। ਤੇ ਹੋ ਸਕਦਾ ਜੇ ਤੁਸੀਂ ਆਪਾਂ ਇਹ ਚੱਕਰਾਂ 'ਚ ਪਾਵਾਂਗੇ ਕਿ ਪੇਪਰ ਏ ਤੇ ਪੇਪਰ ਬੀ ਦੇ ਨੰਬਰ ਜਿਹੜੇ ਵਿੱਚ ਜੁੜਨ ਤੇ ਨੈਗੇਟਿਵ ਮਾਰਕਿੰਗ ਹੋਵੇ, ਤਾਂ ਇਹ ਕਾਫੀ ਲੰਬਾ ਪ੍ਰੋਸੀਜਰ ਆ। ਇਹਦੇ 'ਚ ਤੁਸੀਂ ਮੰਨੋ ਵੀ 5-6 ਮਹੀਨੇ ਤੁਹਾਡੇ ਐਵੇਂ ਨਿਕਲ ਜਾਣੇ ਆ। ਪੇਪਰ ਤੁਹਾਡਾ ਜਿਹੜੇ ਵੀ ਕੈਂਡੀਡੇਟਸ ਦੀ ਤਿਆਰੀ ਹੈ ਉਹ ਵਿੱਚ ਰਹਿ ਜਾਣੀ ਹੈ, ਠੀਕ ਹੈ ਜੀ। ਇਹ ਜਿਹੜਾ ਮੈਨੂੰ ਲੱਗ ਰਿਹਾ ਚੀਜ਼, ਹੋ ਸਕਦਾ ਤੁਸੀਂ ਵੀ ਆਪਣੀ ਜਗ੍ਹਾ ਤੇ ਸਹੀ ਹੋ, ਬਟ ਜਿਹੜਾ ਮੇਰਾ ਵਿਊ ਪੁਆਇੰਟ ਹੈ, ਠੀਕ ਹੈ ਜੀ। ਕਿਉਂਕਿ ਨੋਟੀਫਿਕੇਸ਼ਨ ਨੂੰ ਚੇਂਜ ਕਰਨ ਲਈ ਲੰਬਾ ਪ੍ਰੋਸੀਜਰ ਹੁੰਦਾ, ਤੁਹਾਨੂੰ ਪਤਾ ਸਰਕਾਰਾਂ ਦੇ ਕੰਮ, ਤੇ ਉਹ ਲੰਬਾ ਕੰਮ ਲੰਘ ਜਾਂਦਾ। ਅੱਛਾ, ਜਿਹੜੀ ਹੁਣ ਚੀਜ਼ ਮੈਂ ਸੋਚ ਰਿਹਾ ਸੀ ਕਿ ਹੋਣਾ ਕੀ ਚਾਹੀਦਾ ਇਹਦੇ ਵਿੱਚ, ਉਹ ਇਹ ਹੋਣਾ ਚਾਹੀਦਾ, ਉਹਦੇ ਨਾਲ ਕੀ ਹੋਏਗਾ, ਟਾਈਮ ਵੀ ਨਹੀਂ ਬਰਬਾਦ ਹੋਏਗਾ, ਠੀਕ ਹੈ। ਸਰਕਾਰ ਨੂੰ ਵੀ ਕੋਈ ਮੰਨ ਲਓ ਕੈਬਨਿਟ ਮੀਟਿੰਗ ਸੱਦਣੀ ਪੈਣੀ ਜਾਂ ਕੁਝ ਹੋਰ ਕਰਨਾ ਪੈਣਾ, ਤੇ ਤੁਹਾਡਾ ਵੀ ਸਾਰਾ ਕੰਮ ਬਣ ਜਾਣਾ। ਉਹਦੇ 'ਚ ਇਹ ਆ ਕਿ ਦੇਖੋ ਜਿਹੜਾ 35 ਵਾਲਾ ਪਾਰਟ ਹੈ 35 ਦਾ,
ਇਹਦੇ 'ਚ 20 ਦੀ ਜਿਹੜੀ ਨੈਸ਼ਨਲ ਜੀਕੇ ਹੋ ਜੇ। ਠੀਕ ਹੈ ਜੀ, ਇੱਥੇ ਇੱਕ ਅਲੱਗ ਤੋਂ ਦੇ ਦੇਣ, ਨੀਚੇ ਇਹਦੇ ਵਿੱਚ ਹੀ ਦੇ ਦੇਣ, ਇੱਕ ਬਣਾ ਦੇਣ। ਠੀਕ ਹੈ, ਉੱਥੇ ਪੰਜਾਬ ਜੀਕੇ ਲਿਖ ਦੇਣ 15 ਦੀ। ਠੀਕ ਹੈ, ਵੇਟੇਜ ਦਾ ਵੀ ਕੋਈ ਫਰਕ ਨਹੀਂ ਪੈਂਦਾ, 35 ਦੇ 35 ਰਹਿਣਗੇ। ਪਲੱਸ ਜਿਹੜਾ ਕੈਂਡੀਡੇਟ ਨੂੰ ਵੀ ਇਸ ਚੀਜ਼ ਦਾ ਫਾਇਦਾ ਹੋ ਜਾਏਗਾ। ਠੀਕ ਹੈ, ਕਿਉਂਕਿ ਤਿਆਰੀ ਤੁਸੀਂ ਪੰਜਾਬ ਜੀਕੇ ਦੀ ਕਰੀ ਹੋਈ ਆ, ਉਸ ਚੀਜ਼ ਦਾ ਵੀ ਫਾਇਦਾ ਹੋ ਜਾਏਗਾ। ਕਿਉਂਕਿ ਇਹ ਜਿਹੜਾ ਟੌਪਿਕ ਆ ਹਿਸਟਰੀ ਆਫ ਪੰਜਾਬ, ਇਹਦੇ ਵਿੱਚ ਹੀ ਇਹਨੂੰ ਇੱਕ ਅਲੱਗ ਤੋਂ ਐਲੈਬੋਰੇਟ ਕਰਕੇ ਲਿਖ ਦੇਣ ਪੰਜਾਬ ਜੀਕੇ 15, ਇੱਕ ਅਲੱਗ ਕਾਲਮ ਬਣਾ ਦੇਣ। ਠੀਕ ਹੈ ਜੀ। ਦੂਜੀ ਚੀਜ਼ ਰੀਜ਼ਨਿੰਗ ਆ, ਮੈਂਟਲ ਐਬਿਲਿਟੀ, ਇਹਦਾ ਕੋਈ ਚੱਕਰ ਨਹੀਂ, ਇਹ ਤੁਹਾਨੂੰ ਪਤਾ ਵੀ ਹਾਫ ਹੋ ਜਾਣਗੇ ਜਾਂ 20-15 ਦੀ ਵੇਟੇਜ ਹੋ ਜਾਏਗੀ ਇਹਦੀ। ਅੱਛਾ, ਜਿਹੜਾ ਇੰਗਲਿਸ਼ ਵਾਲਾ ਪਾਰਟ ਆ ਇਹਦੇ 'ਚ ਵੀ 10-10 ਹੋਣਾ ਚਾਹੀਦਾ, 10 ਅੰਗਰੇਜ਼ੀ 10 ਪੰਜਾਬੀ। ਠੀਕ ਹੈ, ਪੰਜਾਬੀ ਇਹਨਾਂ ਨੇ ਉੱਥੇ ਪਾਤੀ, ਕੋਈ ਚੱਕਰ ਵਾਲੀ ਗੱਲ ਨਹੀਂ, ਉੱਥੇ ਵੀ ਪਾ ਦਿਓ, ਦੁਬਾਰਾ ਵੀ ਲੈ ਲਓ, ਕੋਈ ਇਸ਼ੂ ਨਹੀਂ। ਇੱਥੇ ਤੁਸੀਂ ਪੰਜਾਬੀ ਪਾਤੀ, ਮੰਨ ਲਓ ਪੰਜਾਬੀ ਗ੍ਰਾਮਰ ਪਾਤੀ, ਚਲੋ ਇਹ ਕੁਆਲੀਫਾਈਂਗ ਨੇਚਰ ਦਾ, ਆਪਾਂ ਮੰਨਦੇ ਹਾਂ ਕਿ ਪੰਜਾਬੀ ਪਹਿਲਾਂ ਤੁਸੀਂ ਕਰ ਚੁੱਕੇ ਹੋ ਪੇਪਰ ਏ ਦੇ ਵਿੱਚ, ਬਟ 10 ਕੁਐਸਚਨ ਅਲੱਗ ਤੋਂ ਪਾ ਦਿਓ, ਚਾਹੇ ਥੋੜੇ ਹਾਈ ਲੈਵਲ ਦੇ ਪਾ ਦਿਓ, ਜਿੰਨੇ ਵੀ ਪਾ ਦਿਓ, ਬਟ ਇਹਦੇ ਵਿੱਚ ਇਹਨੂੰ ਇਕੁਅਲੈਂਟ ਜ਼ਰੂਰ ਰੱਖਣਾ ਚਾਹੀਦਾ ਪਾਰਟ ਬੀ ਨੂੰ, ਕਿਉਂਕਿ ਇਹਦੇ ਨੰਬਰ ਜੁੜਨੇ ਆ, ਇਹਦੀ ਮੈਰਿਟ ਬਣਨੀ ਆ। ਠੀਕ ਆ, ਉਹ ਮੈਰਿਟ ਦਾ ਬੜਾ ਅਸਰ ਪੈਂਦਾ ਇਕੱਲੇ ਕੈਂਡੀਡੇਟ ਤੇ, ਤਾਂ ਉਹ ਚੀਜ਼ ਵੀ ਜ਼ਰੂਰੀ ਆ। ਤੇ ਇਹ 10-10 ਦੇ ਵਿੱਚ ਜ਼ਰੂਰ ਹੋਣਾ ਚਾਹੀਦਾ, ਅੰਗਰੇਜ਼ੀ ਤੇ ਪੰਜਾਬੀ ਇਹ ਜ਼ਰੂਰ ਹੋਣਾ ਚਾਹੀਦਾ, ਤੇ ਪਲੱਸ ਪੰਜਾਬ ਜੀਕੇ ਦਾ ਜ਼ਰੂਰ ਹੋਣਾ ਚਾਹੀਦਾ। ਠੀਕ ਹੈ, ਇਸ ਸੰਬੰਧੀ ਇੱਕ ਲੈਟਰ ਵੀ ਮੈਂ ਟਾਈਪ ਕਰ ਰਿਹਾ, ਤੇ ਉਹ ਜਲਦੀ ਆਪਾਂ ਟੈਲੀਗ੍ਰਾਮ 'ਚ ਵੀ ਸ਼ੇਅਰ ਕਰਾਂਗੇ। ਇੱਕ ਸੁਜੈਸ਼ਨ ਆਪਾਂ ਭੇਜਾਂਗੇ, ਈਮੇਲ ਦੇ ਥਰੂ ਕਰਾਂਗੇ, ਤੇ ਜੇ ਉੱਤੇ ਕੰਮ ਹੁੰਦਾ ਤਾਂ ਚੰਗੀ ਗੱਲ ਆ, ਟਵੀਟ ਵਗੈਰਾ ਵੀ ਕਰਾਂਗੇ, ਜਿੰਨਾ ਹੋ ਸਕਿਆ ਕਰਾਂਗੇ। ਠੀਕ ਹੈ, ਤੇ ਵੇਟੇਜ ਦਾ ਇਸ ਨਾਲ ਕੋਈ ਫਰਕ ਨਹੀਂ ਪੈਣਾ, 100 ਦੇ 100 ਰਹਿ ਜਾਣਗੇ ਤੇ ਤੁਹਾਡਾ ਕੰਮ ਵੀ ਬਣ ਜਾਣਾ। ਠੀਕ ਹੈ, ਅੱਛਾ, ਜੇ ਆਪਾਂ ਨੈਗੇਟਿਵ ਮਾਰਕਿੰਗ ਵਾਲੇ ਪਾਸੇ ਜਾਵਾਂਗੇ, ਜਿਵੇਂ ਆਪਾਂ ਹੁਣ ਗੱਲ ਕਰਕੇ ਹਟਿਆ ਕਿ ਇਹ 'ਚ ਨੈਗੇਟਿਵ ਮਾਰਕਿੰਗ ਹੋਵੇ ਪਾਰਟ ਏ ਦੇ ਵਿੱਚ, ਤਾਂ ਉਹਦਾ ਨੁਕਸਾਨ ਜਿਹੜਾ ਪੰਜਾਬ ਦੇ ਕੈਂਡੀਡੇਟਸ ਨੂੰ ਵੀ ਹੋਣਾ, ਕਿਉਂਕਿ ਕਾਫੀ ਕੈਂਡੀਡੇਟਸ ਹਲੇ ਵੀ ਇਹ ਹੋਣਗੇ ਜਿਨ੍ਹਾਂ ਤੋਂ ਪਾਰਟ ਏ ਕਲੀਅਰ ਨਹੀਂ ਹੋਣਾ। ਠੀਕ ਆ, ਇਹ ਮੈਥੋਂ ਤੁਸੀਂ ਲਿਖ ਕੇ ਲੈ ਲਓ। ਇਹ ਨਹੀਂ ਹੈਗਾ ਕਿ 100 ਦਾ 100% ਕੈਂਡੀਡੇਟ ਜਿਹੜੇ ਵੀ ਅਪਲਾਈ ਕਰਨਗੇ, ਮੰਨ ਲਓ ਕਲਰਕ ਦਾ ਪੇਪਰ ਅਪਲਾਈ ਕੀਤਾ ਤੁਸੀਂ, ਠੀਕ ਹੈ, ਤਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ 100% ਕੈਂਡੀਡੇਟ ਹੀ ਪਾਰਟ ਏ ਕਲੀਅਰ ਕਰਨਗੇ। ਠੀਕ ਹੈ, ਉਹਦੇ ਵਿੱਚੋਂ ਵੀ ਕੁਝ ਪਰਸੈਂਟੇਜ ਕੈਂਡੀਡੇਟਸ ਦੀ ਐਸੀ ਹੋਏਗੀ ਜਿਹੜੇ 50% ਮਾਰਕਸ ਨਹੀਂ ਲੈ ਪਾਉਣਗੇ ਪਾਰਟ ਏ ਦੇ ਵਿੱਚੋਂ। ਠੀਕ ਹੈ, ਇਸ ਚੀਜ਼ ਦੀ ਮੈਂ ਗਰੰਟੀ ਦੇ ਸਕਦਾ। ਤੇ ਉਸ ਤੋਂ ਬਾਅਦ ਹੁਣ ਜੇ ਤੁਸੀਂ ਇਹ 'ਚ ਨੈਗੇਟਿਵ ਮਾਰਕਿੰਗ ਕਰ ਦੋਗੇ ਤਾਂ ਉਹ ਪਰਸੈਂਟੇਜ ਹੋਰ ਵੱਧ ਜਾਣੀ ਆ, ਤੇ ਉਹਦਾ ਪੰਜਾਬ ਦੇ ਕੈਂਡੀਡੇਟਸ ਨੂੰ ਬਹੁਤ ਨੁਕਸਾਨ ਹੋਣਾ। ਠੀਕ ਹੈ, ਤੇ ਜਿਹੜੇ ਹੁਣ ਅਸਲੀ ਪੇਪਰ ਦੀ ਤਿਆਰੀ ਕਰਦੇ ਹੁੰਦੇ ਆ ਕੈਂਡੀਡੇਟ, ਉਹ ਤੋਂ ਖੁੰਝ ਜਾਣੇ ਆ ਉਹ। ਠੀਕ ਹੈ, ਕਿਉਂਕਿ ਡਿਸਟਰੈਕਸ਼ਨ ਬਹੁਤ ਆ ਜਾਣੀ ਹੈ ਮਾਈਂਡ 'ਚ, ਉਹਨਾਂ ਨੂੰ ਫਿਰ ਡਬਲ ਟੈਨਸ਼ਨ ਰਹਿਣੀ ਕਿ ਹਾਂਜੀ ਅਸੀਂ ਪੰਜਾਬੀ ਦੇ ਵਿੱਚ ਨੈਗੇਟਿਵ ਆ, ਉਹ ਵੀ ਅਸੀਂ ਕਲੀਅਰ ਕਰਨਾ, ਇਹ ਵੀ ਕਰਨਾ, ਤਾਂ ਉਹ ਬੜਾ ਇੱਕ ਗੁੰਝਲਦਾਰ ਪ੍ਰੋਸੈਸ ਜਿਹੜਾ ਹੋ ਜਾਣਾ। ਠੀਕ ਹੈ, ਹਾਂ ਇਹ ਹੋ ਸਕਦਾ, ਇਹ ਚੀਜ਼ ਬੜੀ ਵਧੀਆ ਆਪਸ਼ਨ ਆ। ਇਹਦੇ ਨਾਲ ਕੀ ਆ ਕਿ ਤੁਹਾਡਾ ਵੀ ਸਮਾਂ ਬਚੇਗਾ। ਠੀਕ ਹੈ, ਪੇਪਰ ਜਲਦੀ ਹੋਣਗੇ ਤੇ ਸਾਰਾ ਕੁਝ ਐਜ਼ ਇਟ ਇਜ਼ ਆਏਗਾ, ਜੋ ਤੁਸੀਂ ਪੜ੍ਹਿਆ ਹੋਇਆ ਉਹ ਪੇਪਰ ਦੇ ਵਿੱਚ ਆ ਜਾਏਗਾ। ਠੀਕ ਹੈ ਜੀ, ਤਾਂ ਇਹ ਚੀਜ਼ ਹੋਣੀ ਚਾਹੀਦੀ ਆ। ਤੇ ਬਾਕੀ ਤੁਹਾਡੇ ਕੀ ਸੁਜੈਸ਼ਨ ਨੇ, ਤੁਹਾਡੇ ਕੀ ਵਿਚਾਰ ਨੇ, ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰੋ। ਮੈਂ ਕੋਸ਼ਿਸ਼ ਕਰੂੰਗਾ ਇਕੱਲਾ ਕਮੈਂਟ ਰੀਡ ਕਰਨ ਦੀ। ਟੈਲੀਗ੍ਰਾਮ ਤੇ ਜੋ ਵੀ ਕਮੈਂਟਸ ਆਉਂਦੇ ਆ ਮੈਂ ਰੀਡ ਕਰਦਾ, ਇਕੱਲਾ ਕਮੈਂਟ ਕਰਦਾ। ਕੁਛ ਕੁ ਜਿਹੜੇ ਐਪਰੋਪ੍ਰੀਏਟ ਹੁੰਦੇ ਆ, ਜਿਨ੍ਹਾਂ ਦੇ ਵਾਜਬ ਕੁਐਸਚਨ ਪੁੱਛਦੇ ਆ, ਉਹਨਾਂ ਦੇ ਜਵਾਬ ਮੈਂ ਜ਼ਰੂਰ ਦਿੰਦਾ ਹੁੰਦਾ ਟੈਲੀਗ੍ਰਾਮ ਤੇ। ਠੀਕ ਹੈ, ਤੇ ਬਾਕੀ ਤੁਹਾਡੇ ਕੀ ਵਿਚਾਰ ਨੇ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਇੱਕ ਵਾਰ ਜ਼ਰੂਰ ਕਰੋ। ਤੇ ਬਾਕੀ ਅਪਡੇਟਸ ਹੀ ਸਾਡੇ ਨਾਲ ਬਣੇ ਰਹੋ, ਜੁੜੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।